ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ, ਅਸੀਂ ਗੁਰ ਪ੍ਰਸਾਦ ਲੈਣ ਵਾਸਤੇ ਗੁਰੂ ਦੇ ਚਰਨਾਂ 'ਚ ਬੈਠੇ ਹਾਂ। ਗੁਰੂ ਕੋਲੋਂ ਕੁਛ ਸਿੱਖਣ ਆਏ ਹਾਂ, ਗੁਰੂ ਤੋਂ ਮੱਤ ਲੈਣ ਆਏ ਹਾਂ। ਤੇ ਗੁਰੂ ਸਾਹਿਬ ਕਹਿੰਦੇ ਭਾਈ ਇੱਕੋ ਹੈ, ਇੱਕੋ ਹੈ, ਏਕਮ ਹੈ। ਏਕਮ ਨੂੰ ਸਮਝ ਲਓ, ਉਹਦਾ ਆਸਰਾ ਲੈਣਾ ਸਿੱਖ ਲਓ, ਉਹਨੂੰ ਮਨ 'ਚ ਵਸਾ ਲਓ, ਤੁਸੀਂ ਸੁਖੀ ਹੋ ਸਕਦੇ ਹੋ। ਕਲ ਕਲੇਸ਼ ਤੁਹਾਡੇ ਖਤਮ ਹੋ ਸਕਦੇ ਆ। ਪਰ ਪਹਿਲਾਂ ਗੁਰ ਪ੍ਰਸਾਦ ਚਾਹੀਦਾ, ਫਿਰ ਉਹਦੇ ਨਾਲ ਜੁੜ ਸਕਦੇ ਹਾਂ। ਪੂਰਾ ਗਿਆਨ ਚਾਹੀਦਾ ਹੈ, ਤਾਂ ਅਸੀਂ ਜੁੜ ਸਕਦੇ ਹਾਂ। ਸੋ ਸਾਧ ਸੰਗਤ ਜੀ, ਆਓ ਉਸ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਅੱਜ 51 ਅੰਗ ਦੇ ਉੱਪਰ ਗੁਰੂ ਦਾ ਪ੍ਰਸਾਦ ਲੈਣਾ ਹੈ। ਸ਼੍ਰੀ ਰਾਗ ਦੀ ਬਾਣੀ ਚੱਲ ਰਹੀ ਹੈ, ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਅਸੀਂ ਕਰ ਰਹੇ ਹਾਂ। ਸਾਧ ਸੰਗਤ ਜੀ, ਸ਼੍ਰੀ ਰਾਗ ਦੀ ਬਾਣੀ ਦੇ 93 ਸ਼ਬਦ ਅਸੀਂ ਕਰ ਚੁੱਕੇ ਹਾਂ। ਅੱਜ ਅਸੀਂ ਅੱਗੇ 94ਵਾਂ ਸ਼ਬਦ ਕਰਨਾ ਹੈ। ਆਓ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਅਰਦਾਸ ਕਰੀਏ, ਬੇਨਤੀ ਕਰੀਏ ਉਸ ਮਾਲਕ ਪ੍ਰਭੂ ਨੂੰ ਜਿਹਨੇ ਸਾਰਾ ਕੁਝ ਬਣਾਇਆ, ਸਭ ਕੁਝ ਉਹਦਾ ਬਣਾਇਆ, ਸਾਰੇ ਆਕਾਰ ਉਹਦੇ ਤੋਂ ਆਇਆ, ਨਿਰਾਕਾਰ ਤੋਂ ਆਕਾਰ ਆਇਆ। ਉਸ ਨੂੰ ਬੇਨਤੀ ਕਰਨੀ ਹੈ, ਹੇ ਅਕਾਲ ਪੁਰਖ ਆਦਿ ਸੱਚ ਜੁਗਾਦ ਸੱਚ, ਮਿਹਰ ਕਰੋ, ਕਿਰਪਾ ਕਰੋ, ਇਹੋ ਜਿਹੀ ਕਿਰਪਾ ਕਰੋ ਕਿ ਸਾਨੂੰ ਬਾਣੀ ਦੀ ਪੂਰੀ ਸਮਝ ਆ ਜਾਏ ਤੇ ਸਿਰਫ ਬਾਣੀ ਅਨੁਸਾਰ ਹੀ ਚੱਲੀਏ, ਅਸੀਂ ਹੋਰ ਕਿਸੇ ਦਾ ਕਹਿਣਾ ਨਾ ਮੰਨੀਏ। ਇਹੋ ਜਿਹੀ ਕਿਰਪਾ ਕਰ ਦਿਓ, ਬਖਸ਼ਿਸ਼ ਕਰੋ ਸਾਡੇ ਤੇ। ਫਿਰ ਪੰਜਵੇਂ ਪਾਤਸ਼ਾਹ ਜੀ ਬਖਸ਼ ਕਰ ਰਹੇ ਹੈ, ਸਮਝਾ ਰਹੇ ਸਾਨੂੰ। ਸ਼੍ਰੀ ਰਾਗ ਮਹੱਲਾ ਪੰਜਵਾਂ, ਘਰ ਛੇਵਾਂ। ਰਾਗ ਦਾ ਨਾਮ ਸ਼੍ਰੀ ਰਾਗ ਹੈ। ਮਹੱਲਾ ਪੰਜਵਾਂ ਮਤਲਬ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਘਰ ਛੇਵਾਂ, ਜੇ ਇਹਨੂੰ ਕਿਸੇ ਨੇ ਗਾਉਣਾ ਹੈ ਤਾਂ ਛੇਵੇਂ ਘਰ ਦੀ ਤਾਲ ਦੇ ਉੱਪਰ ਗਾਣਾ ਹੈ। ਇਹ ਤਾਲਾਂ ਤਪਲੇ ਦੀਆਂ ਹੁੰਦੀਆਂ, ਤਪਲੇ ਦੇ 6 ਘਰਾਂ 'ਚ ਗਾਉਣਾ ਇਹਨੂੰ। ਕਰਨ ਕਾਰਨ ਏਕ ਉਹੀ, ਜਨ ਕੀਆ ਆਕਾਰ, ਤਿਸੇ ਧਿਆਵੋ ਮਨ ਮੇਰੇ, ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮੈਂ ਧਿਆਏ, ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ ਰਹਾਓ। ਗੁਰੂ ਸਾਹਿਬ ਸਾਡੇ ਮਨ ਨੂੰ ਸਮਝਾ ਰਹੇ ਹੈ। ਮਨਾ ਅਕਾਲ ਪੁਰਖ ਏਕੰਕਾਰ ਨੂੰ ਸਮਝ ਲਾ, ਜਿਹਨੇ ਸਾਰੇ ਅਕਾਲ ਪੁਰਖ ਨੇ ਆਕਾਰ ਬਣਾਏ। ਕਰਨ ਕਾਰਨ ਏਕ ਹੈ, ਉਹੀ ਜਨ ਕੀਆ ਆਕਾਰ। ਗੁਰਬਾਣੀ ਨੂੰ ਸਮਝ ਕੇ ਪਤਾ ਲੱਗਦਾ ਹੈ ਕਿ ਅੱਜ ਸਾਨੂੰ ਜੋ ਵੀ ਕੁਝ ਦਿਖਦਾ ਹੈ, ਸਾਰੇ ਆਕਾਰ, ਸੂਰਜ, ਧਰਤੀ, ਆਕਾਸ਼, ਪਤਾਲ, ਧਰਤੀ ਦੇ ਉੱਪਰ ਜੋ ਵੀ ਬਣਿਆ ਹੈ, ਇਹ ਕਦੇ ਨਹੀਂ ਸੀਗੇ। ਧਰਤੀ ਵੀ ਨਹੀਂ ਸੀਗੀ, ਸੂਰਜ ਨਹੀਂ ਸੀ, ਸੂਰਜਾਂ ਦੇ ਮੰਡਲ ਨਹੀਂ ਸੀਗੇ,
ਆਕਾਸ਼ ਪਤਾਲ ਨਹੀਂ ਸੀਗਾ, ਹਵਾ ਨਹੀਂ ਸੀ, ਪਾਣੀ ਨਹੀਂ ਸੀਗਾ, ਅੱਗ ਨਹੀਂ ਸੀਗੀ। ਇਹ ਆਕਾਰ ਬਣਾਉਣ ਵਾਲਾ ਇੱਕ ਓਂਕਾਰ ਹੈ, ਇੱਕੋ ਹੈ। ਕਦੇ ਕਰੋੜਾਂ ਖਰਬਾਂ ਸਾਲ ਪਹਿਲਾਂ ਇੱਥੇ ਕੁਛ ਨਹੀਂ ਸੀਗਾ, ਸਭ ਇੱਕ ਥਾਂ ਇਕੱਠਾ ਸੀਗਾ। ਉਹਦੇ 'ਚ ਸਮਾਇਆ ਹੋਇਆ ਸੀ ਸਾਰੀਆਂ ਧਰਤੀਆਂ, ਸਾਰੇ ਸੂਰਜ। ਉਸ ਤੋਂ ਪਹਿਲਾਂ ਹਵਾ ਬਣੀ, ਪਾਣੀ ਬਣਿਆ, ਫਿਰ ਧਰਤੀ, ਆਕਾਸ਼ ਪਤਾਲ ਬਣਦੇ ਆ, ਫਿਰ ਦਿਨ ਰਾਤ ਬਣਦੇ ਆ, ਰੁੱਤਾਂ ਬਣਦੀਆਂ, ਤਾਂ ਫਿਰ ਜੀ ਜੰਤ ਪੈਦਾ ਹੁੰਦੇ ਆ। ਗੁਰੂ ਸਾਹਿਬ ਕਹਿੰਦੇ ਜਿਹਨੇ ਆਕਾਰ ਬਣਾਇਆ, ਜਿਹਨੇ ਸੂਰਜ ਬਣਾਇਆ, ਤੇ ਸੂਰਜ ਵੀ ਇੱਕ ਨਹੀਂ, ਪਤਾ ਨਹੀਂ ਕਿੰਨੇ ਕਾ ਸੂਰਜ, ਨਾ ਗਿਣੇ ਗਏ ਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਸੂਰਜ ਗਿਣੇ ਜਾਣੇ ਆ। ਪਰ ਉਹਨਾਂ ਨੂੰ ਰਚਣ ਵਾਲਾ ਕੌਣ ਹੈ? ਸੂਰਜ ਨੂੰ ਬਣਾਉਣ ਵਾਲਾ ਕੌਣ ਹੈ? ਉਹ ਪਰਮਾਤਮਾ ਹੈ। ਧਰਤੀ ਨੂੰ ਬਣਾਉਣ ਵਾਲਾ ਕੌਣ ਹੈ? ਇੰਨੀ ਮਿੱਟੀ ਕਿੱਥੋਂ ਆਈ? ਇੰਨਾ ਪਾਣੀ ਕਿੱਥੋਂ ਆਇਆ? 70% ਪਾਣੀ ਹੈ, 30% ਮਿੱਟੀ ਹੈ, ਕਿੱਥੋਂ ਆਈ ਹੈ? ਸਾਡੇ ਸਰੀਰ ਦੇ ਵਿੱਚ ਵੀ 70% ਪਾਣੀ ਹੈ, 30% ਮਿੱਟੀ ਹੈ, ਬਾਕੀ ਹਵਾ ਹੈ, ਇਹਦੇ 'ਚ ਅੰਦਰ ਅੱਗ ਹੈ। ਇਹ ਕਿੱਥੋਂ ਆਇਆ? ਇਹ ਫਿਰ ਆਕਾਸ਼ ਵੀ ਅੰਦਰ ਸਾਡੇ ਵਿੱਚ ਹੈਗਾ, ਨਾੜਾਂ ਦੇ ਵਿੱਚ ਸਪੇਸ ਹੈਗੀ ਹੈ, ਤਾਂ ਖੂਨ ਚੱਲਦਾ ਹੈ। 5 ਤੱਤਾਂ ਤੋਂ ਸਾਡਾ ਸਰੀਰ ਬਣਿਆ, 5 ਤੱਤਾਂ ਤੋਂ ਧਰਤੀ, ਆਕਾਸ਼, ਪਤਾਲ ਸਭ ਕੁਝ ਬਣਦੇ ਹੈ। ਇਹਨਾਂ ਨੂੰ ਬਣਾਉਣ ਵਾਲਾ ਗੁਰੂ ਸਾਹਿਬ ਕਹਿੰਦੇ ਇੱਕੋ ਇੱਕ ਓਂਕਾਰ ਹੈ, ਆਦਿ ਸੱਚ ਹੈ, ਜੁਗਾਦ ਸੱਚ ਹੈ। ਪਰ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹਦੀ ਕੋਈ ਮਾਂ ਨਹੀਂ, ਉਹਦਾ ਕੋਈ ਪਿਓ ਨਹੀਂ। ਉਹ ਸਹਿਬ ਭੰਗ ਆਪਣੇ ਆਪ ਬਣਿਆ, ਉਹਨੂੰ ਕੋਈ ਬਣਾਉਣ ਵਾਲਾ ਨਹੀਂ। ਤੇ ਮਨਾ ਫਿਰ ਗੁਰੂ ਸਾਹਿਬ ਕਹਿੰਦੇ ਉਹ ਇੰਨਾ ਦਿਆਲੂ ਹੈ, ਕਿਰਪਾਲੂ ਹੈ, ਸਭ ਨੂੰ ਆਧਾਰ ਦਿੰਦਾ ਹੈ, ਸਾਰੇ ਜੀਆਂ ਨੂੰ ਆਸਰਾ ਦਿੰਦਾ ਹੈ, ਖਾਣ ਨੂੰ ਦਿੰਦਾ ਹੈ, ਜਨਮ ਦਿੰਦਾ ਹੈ, ਮੌਤ ਦਿੰਦਾ ਹੈ, ਹਰ ਇੱਕ ਤਰ੍ਹਾਂ ਪਾਲਦਾ ਹੈ। ਜਿਵੇਂ ਮਾਂ ਪਿਓ ਆਪਦੇ ਬੱਚੇ ਨੂੰ ਪਾਲਦੇ, ਉਵੇਂ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੋ। ਤੇ ਤੂੰ ਕੀ ਕਰ, ਉਹਨੂੰ ਧਿਆਉਣਾ ਸਿੱਖ ਲਾ, ਬਸ, ਹੋਰ ਕੁਛ ਨਹੀਂ। ਉਹਦਾ ਅੰਤ ਤਾਂ ਨਹੀਂ ਤੂੰ ਪਾ ਸਕਦਾ, ਉਹਨੂੰ ਧਿਆ ਕੇ ਉਹਦਾ ਆਸਰਾ ਲੈਣਾ ਸਿੱਖ ਲਾ। ਹੇ ਮਨਾ, ਅਸੀਂ ਇੱਕ ਮਨ ਹੈ, ਸਰੀਰ ਸਾਨੂੰ ਮਿਲਿਆ, ਬਸ ਇਹ ਸਾਡੇ ਮਨ ਨੂੰ ਆਕਾਰ ਵੀ ਜਿਹੜਾ ਸਰੀਰ ਦਾ ਮਿਲਿਆ, ਇਹ ਵੀ ਉਸ ਪਰਮਾਤਮਾ ਤੋਂ ਹੀ ਮਿਲਿਆ। ਉਹਨੇ ਸਾਡੇ ਸਰੀਰ ਦੇ ਵਿੱਚ ਵੀ ਜੀਓ ਪਾਇਆ ਹੈ। ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ। ਜੇ ਤੇਰੀ ਕਿਰਪਾ ਹੋ ਜਾਵੇ, ਜੇ ਤੂੰ ਸਾਡੇ ਯਾਦ ਆਉਣ ਲੱਗ ਜਾਵੇ, ਬੜੇ ਸੁੱਖ ਆ ਸਕਦੇ ਆ। ਜਦੋਂ ਤੂੰ ਭੁੱਲ ਜਾਣਾ ਹੈ, ਅਸੀਂ ਭੁੱਲ ਜਾਂਦੇ ਹਾਂ ਤੈਨੂੰ, ਤਾਂ ਉਦੋਂ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਮਨਾ, ਹੁਣ ਤੂੰ ਉਹਨੂੰ ਸਮਝ ਲਾ ਤੇ ਉਹਨੂੰ ਧਿਆਉਣਾ ਸਿੱਖ ਲਾ, ਉਹਨੂੰ ਯਾਦ ਕਰਨਾ ਸਿੱਖ ਲਾ। ਜਿੰਨਾ ਉਹਨੂੰ ਯਾਦ ਕਰੇਗਾ ਓਨਾ ਹੀ ਤੂੰ ਪੰਜਾਂ ਤੋਂ ਬਚੇਗਾ। ਜਿੰਨਾ ਉਹਨੂੰ ਭੁੱਲੇਗਾ ਪੰਜਾਂ 'ਚ ਓਨਾ ਹੀ ਉਲਝੇਗਾ, ਦੁੱਖ ਆਉਣਗੇ। ਹੁਣ ਕਰਨ ਕਾਰਨ ਏਕ ਹੈ। ਉਹੀ ਕੌਣ ਹੈ ਕਰਨ ਕਾਰਨ? ਉਹੀ ਜਿਹਨੇ ਆਕਾਰ ਬਣਾਏ, ਜਿਹਨੇ ਰਾਤੀ ਰੁੱਤੀ ਥਿੱਥੀ ਵਾਰ ਪੌਣ ਪਾਣੀ ਅਗਨੀ ਪੈਤਾਲ ਸਭ ਉਹਨੇ ਬਣਾਇਆ, ਕਦੇ ਨਹੀਂ ਸੀਗੇ। ਫਿਰ ਰਹਾਉ 'ਚ ਗੁਰੂ ਸਾਹਿਬ ਕਹਿੰਦੇ ਭਾਈ ਹੁਣ ਤੂੰ ਉਹਨੂੰ ਧਿਆਉਣਾ ਹੈ, ਜਿਹਨੇ ਸਾਰੇ ਆਕਾਰ ਪੈਦਾ ਕੀਤੇ ਹੈ ਤੇ ਸਭ ਨੂੰ ਚਲਾ ਰਿਹਾ, ਸਭ ਨੂੰ ਆਸਰਾ ਦੇ ਰਿਹਾ, ਉਹਨੂੰ ਯਾਦ ਕਰਨਾ ਸਿੱਖਣਾ ਆਪਾਂ। ਤੇ ਹੈ ਵੀ ਉਹ ਇੱਕੋ ਹੈ, ਤੇ ਹੈ ਵੀ ਸਹਿਬ ਭੰਗ, ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਪਰ ਹੇ ਮਨਾ, ਤੂੰ ਉਹਨੂੰ ਧਿਆਉਣਾ ਹੈ, ਪਰ ਤੈਨੂੰ ਅਕਲ ਨਹੀਂ ਹੈ, ਤੈਨੂੰ ਮੱਤ ਨਹੀਂ ਉਹਦੀ ਉਹਨੂੰ ਯਾਦ ਕਰਨ ਦੀ। ਤੂੰ ਕੀ ਕਰ, ਪਹਿਲਾਂ ਗੁਰੂ ਦੇ ਚਰਨ ਪਕੜ, ਗੁਰੂ ਤੈਨੂੰ ਮੱਤ ਦੇਊਗਾ ਪਰਮਾਤਮਾ ਨੂੰ ਧਿਆਉਣ ਦੀ, ਪਰਮਾਤਮਾ ਬਾਰੇ ਸਮਝਾਊਗਾ। ਸਭਨਾ ਜੀਆਂ ਦਾ ਦਾਤਾ ਕੌਣ ਹੈ, ਉਹਦੇ ਬਾਰੇ ਤੈਨੂੰ ਸਮਝਾਊਗਾ।
ਤੂੰ ਗੁਰੂ ਦੇ ਚਰਨ ਪਕੜ ਲਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਗੁਰਬਾਣੀ ਨੂੰ ਵੱਧ ਤੋਂ ਵੱਧ ਸਮਝ। ਤੈਨੂੰ ਉਹ ਅਕਾਲ ਪੁਰਖ ਪਰਮਾਤਮਾ ਹਰੇਕ ਆਕਾਰ ਦੇ ਵਿੱਚੋਂ ਦਿਸਣਾ ਸ਼ੁਰੂ ਹੋ ਜਾਊਗਾ। ਫਿਰ ਤੈਨੂੰ ਉਹਨੂੰ ਧਿਆਉਣਾ ਬੜਾ ਸੌਖਾ ਹੋ ਜਾਊਗਾ। ਇਸ ਕਰਕੇ ਪਹਿਲਾਂ ਗੁਰੂ ਤੋਂ ਕੁਰਬਾਨ ਹੋ ਜਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਗੁਰੂ ਦੇ ਚਰਨਾਂ ਨੂੰ ਪਕੜ ਲਾ। ਜਿਵੇਂ ਬਾਣੀ ਕਹਿੰਦੀ ਉਵੇਂ ਕਰੀ ਚੱਲ, ਤੇ ਤੈਨੂੰ ਮਨ ਦੇ ਅੰਦਰ ਹੀ ਧਿਆਉਣਾ ਆ ਜਾਊਗਾ। ਪਰ ਐਵੇਂ ਮਨ ਦੇ ਵਿੱਚ ਨਹੀਂ ਧਿਆਉਣਾ ਹੁੰਦਾ। ਮਨ ਨੂੰ ਸਮਝ ਨਹੀਂ ਆਉਂਦੀ ਵੀ ਉਹ ਏਕਮ ਕੌਣ ਹੈ। ਗੁਰ ਕੇ ਚਰਨ ਮਨ ਮਹਿ ਧਿਆਏ, ਛੋੜ ਸਗਲ ਸਿਆਣਪਾ। ਪਰ ਤੂੰ ਆਪਦੀਆਂ ਸਾਰੀਆਂ ਸਿਆਣਪਾਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਈ ਵੀ ਮੈਨੂੰ ਅੱਜ ਕੁਛ ਨਹੀਂ ਆਉਂਦਾ, ਤੁਸੀਂ ਦੱਸੋ। ਸਹਿ ਸਿਆਣਪਾਂ ਲੱਖ ਹੋਏ, ਇੱਕ ਨਾ ਚੱਲੇ ਨਾਲ। ਗੁਰੂ ਸਾਹਿਬ ਕਹਿੰਦੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਤੂੰ ਸਿਆਣਫਾ ਹੋਣ ਤੇਰੇ ਕੋਲੇ। ਦੁਨੀਆ ਤੈਨੂੰ ਬਹੁਤ ਸਿਆਣਾ ਗਿਣਦੀ ਹੋਵੇ, ਬੜਾ ਵੱਡਾ ਡਾਕਟਰ ਹੋਵੇ, ਸਾਇੰਟਿਸਟ ਹੋਵੇ, ਪਰ ਤੈਨੂੰ ਸਚਿਆਰ ਬਣਨਾ ਨਹੀਂ ਆ ਸਕਦਾ। ਤੂੰ ਆਪਦੇ ਮਨ ਨੂੰ ਨਹੀਂ ਕਾਬੂ ਕਰ ਸਕਦਾ ਇਹ ਆਪਦੀ ਮੱਤ ਦੇ ਨਾਲ। ਇਸ ਕਰਕੇ ਤੂੰ ਸਾਰੀ ਸਿਆਣਪ ਛੱਡ ਕੇ ਗੁਰੂ ਦੇ ਚਰਨ ਪਕੜ ਲਾ। ਜਿਵੇਂ ਗੁਰੂ ਕਹਿੰਦਾ ਉਵੇਂ ਕਰੀ, ਆਪਦੀ ਮੱਤ ਨਾ ਵਰਤੀ। ਸਾਜ ਸ਼ਬਦ ਲਿਵ ਲਾਏ। ਫਿਰ ਬਾਣੀ ਹੈ, ਸੱਚ ਦਾ ਸ਼ਬਦ ਹੈ, ਏਕਮ ਦੀ ਗੱਲ ਕਰ ਰਹੀ ਹੈ। ਸਾਰੀ ਬਾਣੀ ਸਾਨੂੰ ਏਕਮ ਦੇ ਨਾਲ ਜੋੜ ਰਹੀ ਹੈ। ਤੂੰ ਪੂਰੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾ, ਤੇ ਪੂਰਾ ਗੁਰੂ ਏਕ ਓਂਕਾਰ ਪਰਮਾਤਮਾ ਨਾਲ ਤੇਰੀ ਸੁਰਤ ਜੋੜ ਦਊਗਾ। ਪਰ ਜੋੜੂਗਾ ਤਾਂ ਜੇ ਤੂੰ ਆਪਦੀ ਸਿਆਣਪ ਛੱਡ ਕੇ ਕੇਵਲ ਤੇ ਕੇਵਲ ਗੁਰਬਾਣੀ ਦੀ ਮੱਤ ਤੇ ਚੱਲੇ। ਪਰ ਅੱਜ ਅਸੀਂ ਗੁਰਬਾਣੀ ਪੜ੍ਹਦੇ ਤਾਂ ਹੈ, ਉਹ ਵੀ ਵਿਰਲੇ ਹੀ ਪੜ੍ਹਦੇ ਆ, ਪਰ ਮੱਤ ਆਪਦੀ ਹੀ ਕਰਦੇ ਆ। ਗੁਰੂ ਦੀ ਮੱਤ ਤੇ ਨਹੀਂ ਚੱਲੇ। ਉਹ ਵੀ ਗੁਰਬਾਣੀ ਪੜ੍ਹ ਕੇ ਗੁਰਬਾਣੀ ਅਨੁਸਾਰ ਚੱਲਣਾ ਅਸੀਂ, ਤੇ ਚੱਲ ਤਾਂ ਹੀ ਸਕਦੇ ਜੇ ਸਮਝ ਆਊ। ਸਮਝ ਤਾਂ ਆਊਗੀ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਰ ਗੁਰੂ ਸਾਹਿਬ ਕਹਿੰਦੇ ਭਾਈ ਜੇ ਤੂੰ ਮੇਰੇ ਆਖੇ ਲੱਗ ਕੇ ਆਪਦੀ ਸਿਆਣਪ ਛੱਡ ਕੇ ਗੁਰਬਾਣੀ ਅਨੁਸਾਰ ਚੱਲੇ ਤਾਂ ਸਾਰੇ ਦੁੱਖ ਕਲੇਸ਼, ਸਾਰੇ ਡਰ ਖਤਮ ਹੋ ਜਾਣਗੇ। ਤੈਨੂੰ ਤੰਗ ਨਹੀਂ ਕਰਨਗੇ, ਕੋਈ ਡਰ ਨਹੀਂ ਰਹਿਣਾ। ਜੇ ਤੂੰ ਗੁਰੂ ਦਾ ਮੰਤਰ ਨੂੰ, ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਲੈ ਤੇ ਤੇਰਾ ਮਨ ਗੁਰੂ ਮੁਤਾਬਕ ਚੱਲੇ। ਗੁੱਸਾ ਕੀ ਕਹਿੰਦੇ ਦੂਸਰੇ ਪਦੇ 'ਚ, ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੇ ਹੋਏ, ਕੋਟ ਜਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਈ। ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਡੁੱਬਦੇ ਜਾ ਰਹੇ ਹੋ, ਬੜੇ ਭਿਆਨਕ ਸਮੁੰਦਰ 'ਚ ਡੁੱਬਦੇ ਜਾ ਰਹੇ ਹੋ। ਲੋਭ ਦਾ ਸਮੁੰਦਰ ਹੈ, ਮੋਹ ਦਾ, ਹੰਕਾਰ ਦਾ, ਕਾਮ ਦਾ, ਪੰਜਾਂ ਵਿਕਾਰਾਂ ਦੇ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹੋ। ਆਪਦੀ ਮੱਤ ਨਾਲ ਕੋਈ ਨਹੀਂ ਨਿਕਲਿਆ, ਬੜੇ ਯਤਨ ਕਰ ਕਰਕੇ ਥੱਕ ਗਏ। ਆਪਦੇ ਯਤਨਾਂ ਨਾਲ ਧਾਰਮਿਕ ਪਹਿਰਾਵੇ, ਧਾਰਮਿਕ ਵਿਖਾਵੇ, ਧਾਰਮਿਕ ਕਰਮ ਕਾਂਡਾਂ ਦੇ ਨਾਲ ਹਜੇ ਤੱਕ ਕੋਈ ਨਹੀਂ ਤਰਿਆ। ਇਹ ਤਾਂ ਗੁਰੂ ਮੁਤਾਬਕ, ਤੇ ਗੁਰੂ ਵੀ ਪੂਰਾ ਹੋਵੇ, ਗੁਰੂ ਵੀ ਬਥੇਰੇ ਬੈਠੇ ਹੈ। ਕਹਿੰਦੇ ਕਰੋੜਾਂ ਯਤਨਾਂ ਕਰਕੇ ਥੱਕ ਗਏ, ਪਰ ਗੁਰੂ ਤੋਂ ਬਿਨਾਂ ਕੋਈ ਨਹੀਂ ਤਰਿਆ। ਪਰ ਗੁਰੂ ਮੁਤਾਬਕ ਚੱਲਦਾ ਹੀ ਵਿਰਲਾ ਹੈ। ਤੇ ਜਿਵੇਂ ਜਿਵੇਂ ਅਸੀਂ ਗੁਰੂ ਦਾ ਮੰਤਰ ਹਿਰਦੇ 'ਚ ਵਸਾਵਾਂਗੇ, ਗੁਰਬਾਣੀ ਅਨੁਸਾਰ ਚੱਲਾਂਗੇ, ਸਾਡੇ ਦੁੱਖ ਕਲੇਸ਼ ਤੇ ਭਉ ਸਾਰੇ ਖਤਮ ਹੋ ਜਾਂਦੇ, ਸਾਨੂੰ ਤੰਗ ਨਹੀਂ ਕਰ ਸਕਦੇ। ਗੁਰੂ ਦੇ ਮੰਤਰ ਨਾਲ ਸਾਨੂੰ ਕੀ ਕਰਨਾ ਆ ਜਾਂਦਾ? ਪਰਮਾਤਮਾ ਏਕ ਓਂਕਾਰ ਨੂੰ ਧਿਆਉਣਾ ਆ ਜਾਂਦਾ। ਹੁਣ ਜੇ ਅਸੀਂ ਬਾਣੀ ਨੂੰ ਸਮਝ ਕੇ ਕਮਾ ਕੇ ਜੇ ਸਾਡੇ ਦੁੱਖ ਕਲੇਸ਼ ਤੇ ਡਰ ਖਤਮ ਹੋ ਗਏ, ਤੇ ਸਮਝ ਲਓ ਅਸੀਂ ਗੁਰੂ ਦਾ ਮੰਤਰ ਹੈਗਾ ਸਾਡੇ ਕੋਲੇ, ਗੁਰੂ ਦੇ ਮੰਤਰ ਤੇ ਚੱਲ ਰਿਹਾ, ਗੁਰੂ ਦੇ ਉਪਦੇਸ਼ ਤੇ ਚੱਲ ਰਿਹਾ।
जे असीं आपदे जाने गुरु के उपदेश से चल रहे हैं, दुख कलेश नहीं खत्म होए, डर खत्म नहीं होए, तो यदा मतलब असी बड़ा पिछे हैं, कोई हजे सानू कोई फल मिलिया नहीं है। बाणी समझ के बाणी नूं कमा के दुख कलेश ते डर खत्म हो जाते। गुरु ग्रंथ साहब दा सिख होवे ते डरदा होवे, ये नहीं हो सकता। गुरु ग्रंथ साहब दा सिख होवे दुखां नूं दुख मन्ने, ये नहीं हो सकता। ਉਹਦਾ मन ऐ रज ਜਾਂਦਾ, पंजे काबू आ जाते, कोई डर नहीं रह जाता ਉਹਨੂੰ। ਉਹ रजा च चलदा, ਉਹਦਾ डर खत्म ही हो जाते। ਜਿਹੜੇ रजा च चलते ਉਹਦੇ डर खत्म हो जाते। डर किन्हां नूं लगदे आ, ਜਿਹੜੇ रजा च नहीं चलते। कोट जतना कर रहे, गुर बिन तरियो ना खोए। गुरु साहब कहंदे भाई वेखियो किते आपदी मत वरत लिओ, देखियो किते नकली गुरु बना के ਉਹਦੀ मत ते चले जाओ। गुरु तो बिना तरना नहीं। गुरु वही असली हुंदा जिहड़ा पंजां दे समुंदर तो तुहानूं पार लंघा देवे। असली गुरु वही हुंदा जिहड़ा तुहाडे डर खत्म कर दे। असली गुरु वही हुंदा जिहड़ा दुख नूं दुख ना मनन देवे ते सुख दा भी तुहानूं कोई मंग ना होवे तुहानूं। तीसरे पदे गुरु साहब कहते देख दर्शन मन सुधारे, पाप सगले जाहे, हों तिन कै बलहारे, हों तिन के बलहारने, जे गुर की पैरी पाए। गुरु साहब कहते मैं उन्होंने शाबाशे देऊँगा। गुरु साहब उन्होंने शाबाशे दिंदे जिहड़े गुरु दे पैरी पै जाते हैं, जिहड़े गुरबाणी अनुसार चलते हैं, गुरबाणी नूं समझते, वो गुरु दे दर्शन कर लेंदे, बाणी नूं समझ लेंदे, उहदा मन सुधार हो जाता मन च। हुण बाणी अनुसार असीं चलांगे तो सानूं की प्राप्ति होनी है? साडे मन च सुधार होना है, साडी मत धोती जानी है, साडे औगण खत्म होणगे ते वधिया गुण साडे च आ जाणगे। पाप सगले जाए, सारे पाप किहड़े हुंदे, माड़ियां आदतां चलियां जांदियां, चंगियां आदतां जांदियां। गुरु दे दर्शन देख के, गुरु दे मुताबिक चल के मन नूं सुधारना, मन नूं काबू करना, मन नूं पंजां तो बाहर कढना। ते गुरु साहब कहंदे मैं इहो जे गुरसिखां तो बलहारने जाना, उन्हां नूं शाबाशे दिना जिहड़े गुरु दे दर्शन करके पैरी पै के आपदे मन नूं सुधार लिया, आपदे सारे पाप खत्म कर ले, माड़ियां आदतां सुधार लईआं ते मन नूं काबू कर लिया। साध संगत मन वसे, साच हर का नाओ, सेवड़ भागी नानका, जिन्ना मन ए पाओ। गुरु साहब कहंदे जे तुसी गुरु ग्रंथ साहब नूं गुरु मन के गुरबाणी अनुसार चलो तो तुसी सारी दुनिया तो किस्मत वाले बन सकते हो, बन जाओगे। पर जिन्हें गुरु की संगत करके मन विच एक ओंकार हरि का नाम वसा लिया, जिन्हों गुरबाणी की संगत करके हर वेले परमात्मा याद आउण लग गया, कण कण च वसन लग गया, उहदे मन च वस गया, सदा रहन वाला परमात्मा जिन्हें सारे आकार पैदा किए, वो याद आउण लग गया। वो वड्डे भागां वाले बन जाते हैं, बन जाणगे। ते जिन्हां दा गुरु नाल ये प्यार पै गया ते गुरु दे मुताबिक चल के फिर वो परमात्मा नाल प्यार पा लैंदे ते पंजां नाल वो प्यार तोड़ लैंदे। अगला शब्द पंजवें पातशाही दा जी, श्री राग महला पंजवां। संच हर तन पूज, सतगुर छोड़ सगल विकार, जिन तू साज सवारिया, हर सिमर होए उदार। जप मन नाम एक अपार,
प्राण मन तन जिन्हें दिया, हृदय का उदार रहाओ। गुरु साहब इत्थे भी मन नूं समझा रहे मना, तू की कर, एक ਵਪਾਰ कर ला हरि परमात्मा दे नाम दा धन, इनू संच ला, इकट्ठा कर ला। पर तू करेगा किवें, तैनू अकल नहीं है। तू की कर फिर, सतगुर दी पूजा कर, गुरु ग्रंथ साहब दी बाणी नू समझ ते उहदे मुताबिक चल। सोड़ सगल विकार, जे तैनू सतगुर दी पूजा करके गुरु ग्रंथ साहब का कहना मन के एक ओंकार परमात्मा के नाम का धन मिल गया, उसकी पूंजी मिल गई, उसकी तेनों याद आउण लग गई, तो तू सारे विकार छड्ड देगा। पंजे विकार तेरे काबू आ जाणगे, वस च आ जाणगे। पर गुरु साहब कहंदे किहदा नाम आपां धन इकट्ठा करना, तैनूं पता है वो हर कौन है, हर दिन हर धन इकट्ठा करना है। पर हर कौन है, जिन्हें तैनू भी सवारिया ते सारा कुछ बनाया, धरती आकाश पाताल बनाया, जिन्हें सानू बनाया, साडा शरीर बनाया, जिन्हें शरीर बनाउण तो पहला जियो साडे पिता दे शरीर च भेजिया, वो जियो फिर पानी का रूप लैके माँ दे शरीर च आके सानू 9 महीनों दे विच परमात्मा ने सवारिया, सिरजिया। उस नूं सिमरी, होर किसी नूं ना सिमरी, जिहड़ा निराकार है। जे तैनूं उस नूं सिमरना हो गया तां तेरा उधार होगा, तां तेरे पंजे विकार काबू होणगे। एवें नहीं, जिन तू साज सवारिया हर सिमर होए उधार। उस हरि परमात्मा नूं जिन्हें धरती आकाश पताल हवा पानी बना के सानू बनाया, साडे शरीर नूं बनाया, उस हरि परमात्मा नूं जो निराकार है, कन कन दे विच वसदा, उहनूं सिमरना है। जे उहनूं सिमरना आ गया फिर तेरा उधार होगा, एवें नहीं। फिर गुरु साहब मन नूं कहंदे रहाओ दे विच, मन तू जप एकम अपार परमात्मा दा नाम जपना शुरू कर ला, जो बेअंत अगे तो अगे, वड्डे तो वड्डा है, जुगां जुगां तो इको वेस ते आ जांदा है, जिन्हों थापिया नहीं जा सकता, जिन्हों बदलिया नहीं जा सकता, उसकी जगह ते होर नहीं बनाया जा सकता। वो एकमकार अपार परमात्मा नूं मना तू जपना है, उन्होंने याद करना है, वो ना तू प्यार पाउणा है। प्राण मन तन जिन्हें दिया, हृदय का आधार। गुरु साहब कहते जिहड़ा तैनूं श्वास दे रहा, मना जिन्हें तैनूं ही बनाया, मन भी ਉਹਦੇ पैदा किया, तन भी उन्हें पैदा किया है, उस नूं हुण तू याद करना सीख ला। जिन्हें जिंद दिती है, मन भी उसे ने बनाया, शरीर भी उन्हें बनाया, तो श्वास भी दे रहा, तो हुण सारियां दा आसरा उहनूं ध्याउणा, होर किसी नूं नहीं। वो फिर कण कण च वसदा है, उहनूं वेखण वास्ते पूरे गुरु दा पूरा ज्ञान चाहिदा, तां उहनूं वेख सकते हैं, समझ सकते हैं। काम क्रोध हंकार माते व्याप्या संसार, पौ संत शरणी लाग चरनी मिटे दुख अंधार। गुरु साहब कहते सारी दुनिया दे इंसान, चाहे अमीर है गरीब है, किसी धर्म का, किसी जात का, पात का, जन्म लैन सारी लोभ मोह हंकार, ये सारे घेर लेंदे। जवानी जदों आउंदी है फिर काम भी घेर लैंदा, ते सारे अंसार ये पंजां दे विच हंकार दे क्रोध च काम च ऐ मत्ते जांदे है, रंगे जांदे है, ते ये भी नहीं बचा भी कोई नहीं, सारा संसार ही इहदे च ही मस्त रहिंदा ते दुखी हुंदा रहिंदा। आदमी आप भी दुखी करता तो दूजिਆਂ ਨੂੰ भी रहिंदा। हंकारी आदमी आप भी बड़ा दुखी हुंदा ते होरां नूं बड़ा दुखी करता है।
ਇਵੇਂ ਹੀ ਲੋਭੀ ਕਾਮੀ ਕ੍ਰੋਧੀ ਸਾਰੇ ਆਈ। ਪਰ ਗੁਰੂ ਸਾਹਿਬ ਕਹਿੰਦੇ ਬਹੁਤ ਭਿਆਨਕ ਬਿਮਾਰੀ ਹੈ, ਪਰ ਉਹ ਤੁਸੀਂ ਆਪਦੀ ਮੱਤ ਦੇ ਨਾਲ ਨਾ ਕ੍ਰੋਧ ਨੂੰ ਕਾਬੂ ਕਰ ਸਕਦੇ, ਨਾ ਹੰਕਾਰ, ਨਾ ਕਾਮ, ਨਾ ਕ੍ਰੋਧ। ਪਰ ਕੀ ਕਰੋ ਜੇ ਤੁਸੀਂ ਇਹਨਾਂ ਨੂੰ ਕਾਬੂ ਕਰਨਾ ਹੈ? ਪਾਓ ਸੰਤ ਸ਼ਰਨੀ ਲਾਗ ਚਰਨੀ। ਹੁਣ ਤੂੰ ਸੰਤ ਕੀ ਹੈ? ਗੁਰੂ ਗ੍ਰੰਥ ਸਾਹਿਬ। ਸੰਤ ਉਹ ਹੁੰਦਾ ਜਿਹੜਾ ਏਕ ਓਂਕਾਰ ਨਾਲ ਜੋੜ ਕੇ ਤੁਹਾਡੇ ਪੰਜੇ ਕਾਬੂ ਕਰ ਦੇ ਅਤੇ ਆਪ ਉਸ ਪਰਮਾਤਮਾ ਨਾਲ ਜੁੜਿਆ ਹੋਵੇ ਜਿਹਦੇ ਪੰਜੇ ਕਾਬੂ ਹੋਣ। ਉਹ ਸਾਨੂੰ ਅੱਜ ਸੰਤ ਨਹੀਂ ਮਿਲਣੇ। ਸਾਰੇ ਦੁਕਾਨਾਂ ਵਾਲੇ ਸੰਤ ਮਿਲਣਗੇ, ਵਪਾਰ ਕਰਨ ਵਾਲੇ ਸੰਤ ਮਿਲਣਗੇ, ਤੁਹਾਡੇ ਪੰਜੇ ਕਾਬੂ ਕਰਨ ਵਾਲੇ ਸੰਤ ਨਹੀਂ ਮਿਲਣਗੇ। ਉਹਦੇ ਆਪਦੇ ਕਾਬੂ ਨਹੀਂ, ਸਾਡੇ ਕਿਵੇਂ ਕਰ ਦੂਗਾ? ਇਸ ਕਰਕੇ ਕਿਹਦੀ ਸ਼ਰਨੀ ਪੈਣਾ? ਸੰਤ ਕਿਹਨੂੰ ਬਣਾਉਣਾ? ਸਾਡੇ ਵਾਸਤੇ ਸੰਤ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹੈ, ਕਿਉਂਕਿ ਸਭ ਡੁਪਲੀਕੇਟ ਹੈ। ਸਾਡੇ ਕੋਲੇ ਗੁਰੂ ਬੈਠੇ ਹੈ, ਫਿਰ ਅਸੀਂ ਦੂਸਰੇ ਕੋਲੇ ਕਿਉਂ ਜਾਈਏ? ਜੇ ਗੁਰੂ ਦੀ ਸਮਝ ਨਹੀਂ ਆਉਂਦੀ, ਕਿਸੇ ਸ਼ਬਦ ਦੀ ਸਮਝ ਨਹੀਂ ਆਉਂਦੀ, ਉਹ ਕਿਸੇ ਨੂੰ ਪੁੱਛੋ, ਇੱਕ ਨੂੰ ਪੁੱਛੋ, 10 ਨੂੰ ਪੁੱਛੋ, ਚਾਹੇ 100 ਨੂੰ ਪੁੱਛੋ, ਪਰ ਬਾਣੀ ਦੇ ਮੁਤਾਬਕ ਚੱਲਣਾ। ਹੁਣ ਕਹਿੰਦੇ ਪਾਓ ਸੰਤ ਸ਼ਰਨੀ ਲਾਗ ਚਰਨੀ ਮਿਟੇ ਦੁਖ ਅੰਧਾਰ। ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਇਹਨਾਂ ਨੂੰ ਪੰਜਾਂ ਨੂੰ ਕਾਬੂ ਕਰਨਾ, ਇਹਨਾਂ ਦੇ ਦੁੱਖਾਂ ਨੂੰ, ਇਹਨਾਂ ਦੇ ਹਨੇਰੇ ਨੂੰ ਖਤਮ ਕਰਨਾ ਹੈ, ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ ਜਾਓ, ਗੁਰਬਾਣੀ ਸਮਝ ਕੇ ਇਹਦੇ ਮੁਤਾਬਕ ਚੱਲਦੇ ਜਾਓ, ਤੁਹਾਡੇ ਇਹ ਪੰਜੇ ਕਾਬੂ ਆ ਜਾਣਗੇ, ਤੁਹਾਡਾ ਪਿਆਰ ਪਰਮਾਤਮਾ ਨਾਲ ਪੈ ਜਾਊਗਾ। ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ, ਜਿਸ ਦੇ ਪ੍ਰਭ ਨਿਰੰਕਾਰ। ਗੁਰੂ ਸਾਹਿਬ ਕਹਿੰਦੇ ਹੁਣ ਤੁਸੀਂ ਸੰਤ ਦੇ ਚਰਨੀ ਲੱਗੋਗੇ, ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋਗੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚਲੋ, ਫਿਰ ਗੁਰੂ ਗ੍ਰੰਥ ਸਾਹਿਬ ਨੇ ਕੀ ਕਹਿਣਾ ਵੀ ਆਪਣੇ ਆਪ ਨੂੰ ਤੂੰ ਨੀਵਾਂ ਸਮਝ, ਸਭ ਤੋਂ ਆਪ ਛੋੜ, ਆਪਦੀ ਮੈਂ ਛੱਡ ਦੇ, ਹੰਕਾਰ ਹਉਮੈ ਛੱਡ ਕੇ ਹੋਏ ਸਭਨਾ ਕੀ ਰੇਨ, ਸਭ ਦੀ ਰੇਨ ਹੋ ਜਾ, ਸਭ ਤੋਂ ਨੀਵਾਂ ਆਪਣੇ ਆਪ ਨੂੰ ਗਿਣ। ਗੁਰੂ ਗ੍ਰੰਥ ਸਾਹਿਬ ਫਿਰ ਕੀ ਕਹਿੰਦੇ ਭਾਈ? ਆਪਸ ਕੋ ਜੋ ਜਾਣੇ ਨੀਚਾ, ਸੋਈ ਗਣੀਏ ਸਭ ਸੇ ਉੱਚਾ। ਗੁਰੂ ਸਾਹਿਬ ਕਹਿੰਦੇ ਵੀ ਪਰਮਾਤਮਾ ਨਾਲ ਤੂੰ ਪਿਆਰ ਪਾਉਣਾ, ਜੇ ਪੰਜਾਂ ਨੂੰ ਕਾਬੂ ਕਰਨਾ ਤਾਂ ਤੂੰ ਆਪਦੀ ਮੱਤ ਛੱਡ ਦੇ, ਹਉਮੈ ਛੱਡ ਦੇ, ਹੋ ਸਭ ਨਾ ਦੀ ਰੇਨ, ਸਭ ਦੀ ਇੰਨੀ ਨਿਮਰਤਾ ਹੋਵੇ ਤੇਰੇ 'ਚ, ਜਿਸ ਦੇ ਪ੍ਰਭ ਨਿਰੰਕਾਰ। ਕਹਿੰਦੇ ਉਹ ਪਰ ਹਉਮੈ ਛੱਡ ਕੇ ਆਪਦੇ ਆਪ ਨੂੰ ਮਾੜਾ ਗਿਣਨਾ ਵੀ ਬੜੀ ਵੱਡੀ ਕਿਰਪਾ ਹੈ। ਜਿਹਨੇ ਆਪਣੇ ਆਪ ਨੂੰ ਨੀਵਾਂ ਗਿਣ ਲਿਆ, ਵਕਾਰੀ ਗਿਣ ਲਿਆ, ਸੁਣ ਲਓ ਵੀ ਬੜੀ ਵੱਡੀ ਕਿਰਪਾ ਹੋ ਗਈ। ਮੈਂ ਛੱਡਤੀ, ਬੜੀ ਵੱਡੀ ਕਿਰਪਾ ਹੋ ਗਈ। ਜਿਵੇਂ ਜਿਵੇਂ ਅਸੀਂ ਆਪਣੀ ਮੈਂ ਛੱਡ ਕੇ ਗੁਰੂ ਦੀ ਮੱਤ 'ਤੇ ਚੱਲਦੇ ਹਾਂ, ਹਉਮੈ ਛੱਡਦੇ ਹਾਂ, ਆਪ ਨੂੰ ਮਾੜਾ ਸਮਝਦੇ ਹਾਂ, ਅਸੀਂ ਕਾਮੀ ਕ੍ਰੋਧੀ ਲੋਭੀ ਹੰਕਾਰੀ ਸਮਝਣਾ ਹੁੰਦਾ। ਫਿਰ ਗੁਰੂ ਸਾਹਿਬ ਕਹਿੰਦੇ ਕੀ ਹੁੰਦਾ? ਤੁਹਾਨੂੰ ਪਰਮਾਤਮਾ ਨਾਲ ਪਿਆਰ ਬਣਨਾ ਸ਼ੁਰੂ ਹੋ ਜਾਂਦਾ ਅਤੇ ਸਤ ਸੰਤੋਖ ਦਇਆ ਇਹ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਦਇਆ ਅਤੇ ਸੰਤੋਖ ਦੋ ਵੱਡੇ ਗੁਣ ਹੈ, ਇਹ ਆਉਣੇ ਆ ਸਾਡੇ 'ਚ, ਅਤੇ ਕਾਮ ਕ੍ਰੋਧ ਲੋਭ ਮੋਹ ਇਹ ਕਾਬੂ ਆਉਣੇ ਆ, ਇਹ ਖਤਮ ਹੋਣੇ ਆ, ਇਹ ਪੈਦਾ ਹੋਣੇ। ਇਹ ਕਰਨੀ ਸਾਰ ਗੁਰੂ ਸਾਹਿਬ ਕਹਿੰਦੇ ਸਭ ਤੋਂ ਦੁਨੀਆ ਤੋਂ ਵੱਡਾ ਕੰਮ ਕੀ ਹੈ? ਸਾਰੀ ਦੁਨੀਆ ਦੇ ਵਿੱਚ ਇੱਕ ਨੰਬਰ ਦਾ ਕੰਮ ਕੀ ਹੈ? ਵੀ ਗੁਰੂ ਦੇ ਚਰਨੀ ਲੱਗ ਕੇ ਆਪਦੀ ਮੈਂ ਛੱਡ ਕੇ, ਨਿਮਰਤਾ ਧਾਰਨ ਕਰਕੇ, ਆਪਣੇ ਆਪ ਨੂੰ ਵਕਾਰੀ ਸਮਝ ਕੇ, ਪਾਪੀ ਸਮਝ ਕੇ, ਪਰਮਾਤਮਾ ਦੇ ਗੁਣ ਗਾ ਕੇ, ਉਹਦੇ ਨਾਲ ਪਿਆਰ ਪਾ ਕੇ, ਜੇ ਸਤ ਸੰਤੋਖ ਅਤੇ ਦਇਆ ਆ ਗਿਆ ਸਾਡੇ ਕੋਲ, ਇਦੋਂ ਵੱਡੀ ਕਮਾਈ ਕੋਈ ਕਰ ਨਹੀਂ ਸਕਦਾ। ਜਿਹਦੇ ਕੋਲ ਸੰਤੋਖ ਹੈ ਉਦੋਂ ਵੱਡਾ ਰਾਜਾ ਕੋਈ ਨਹੀਂ ਹੈ, ਜਿਹਦੇ 'ਚ ਦਇਆ ਉਦੋਂ ਵੱਡਾ ਕੋਈ ਇਨਸਾਨ ਨਹੀਂ ਹੈ। ਬੜੀ ਉੱਚੀ ਅਵਸਥਾ ਦਾ ਧਰਮੀ ਕਿਹਨੂੰ ਕਹਿੰਦੇ ਆ? ਜਿਹਦੇ ਕੋਲ ਦਇਆ, ਜਿਹਦੇ ਕੋਲ ਸੰਤੋਖ।